पैरो महला तीजा। भले अमरदास गुण तेरे, तेरी उपमा तोहि बन आवे। तीजे पातशाह धन धन सतगुरु श्री गुरु अमरदास साहिब जी महाराज पैरो राग दे विच शुभ उपदेश की बख्शिश कर रहे ने। कल मह प्रीता जिन्नी राम ना बशता। महाराज साहब फरमाउंदे ने कि हे भाई इस कलयुग दे विच वो पुरख भूतां दी तरह हन जिन्हां ने परमात्मा नूं पहचानना नहीं कीता। पुत जनूरा धी जनूरी जोरू जिन्हां दा सिकदार। पुत भी जिन है धी भी जिन है जिन्हां दी ठाणेदार जोरू स्त्री है। कबीर जा कर साधना सेविया है हर की सेवा नाहे। ते घर मरहट सार के भूत बसै तिन माहे। धन भगत कबीर साहब जी का फरमान है कि वो जिहड़े घर ने मड़ियां मसाणा की तरह हैं जिन्हां घरां दे विच साध श्रेष्ठ सतगुरां दी सेवा नहीं हुंदी, सेवन नहीं हुंदा, सिमर नहीं हुंदा। पर उन्हां दे विच रहण वाले जिउंदे ही भूता प्रेतां दी तरह हन। ये कलयुग काम क्रोध लोह मोह हंकार विकार आदिकां दे विच ग्रसे होए जीव गुरु तो बेमुख परमात्मा नूं जिन्हां ने पहचानिया ने वाहिगुरु जी का नाम नहीं जपिया वो जिउंदे भूतरियां दी तरह हन। सत जुगा परमहंस विचारी। सतयुग विच ज़्यादातर आत्मक स्वरूप की विचार वाले परमहंस तत् मिथ्या दा विवेचन वाले तत् बेते सन। द्वापर त्रेता मानस वरता है। द्वापर अते त्रेते युग विच भी जो मनुख वरतदे सन या जेड़े मानस मान दे सहित वरतदे सन। विरल हम मारे। उन्हां विचों किसे टामे डामे ने ही हंगता ममता मारना कीती सी। कलम है राम नाम वडियाई। भाई इस कलयुग विच परमात्मा दे नाम सिमरन दी ही शोभा है। जोग जोग गुरमुख एको जाता। जुगां जुगां दे अंदर या चौहां साधना दे संयुक्त हो के गुरमुखां ने अद्विती ब्रह्म नूं ही जानना कीता है। वीण नावै मुक्त न पाई। ऐसा निश्चय किया है कि परमात्मा के नाम तो बिना किसी ने भी मुक्ति नहीं पाई। विश्राम देकर फरमान कर दे हन। हृदय नाम लखै जन साचा। ओह पुरख सच्चे परमात्मा नूं जान लैंदा है जिस दे हिरदे विच परमात्मा दा नाम वसिया है। गुरमुख मन वसाई। उसने मुखी गुरां द्वारा हरि की भगती अपने मन अंतःकरण विच वसाई है। आप तारे संगली कुल तारे।
ਸੰਸਾਰ ਸਮੁੰਦਰ ਤੋਂ ਆਪ ਹੀ ਤਰ ਗਏ ਨੇ ਅਤੇ ਆਪਣੀਆਂ ਸੰਪੂਰਨ ਕੁਲਾਂ ਨੂੰ ਵੀ ਤਾਰ ਲੈਂਦੇ ਹਨ। ਜਿਨਨੀ ਰਾਮ ਨਾਮ ਲਿਵ ਲਾਈ, ਜਿਨ੍ਹਾਂ ਨੇ ਵੀ ਰਾਮ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੀ ਬਿਰਤੀ ਲਾਈ ਹੈ। ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਇਹ ਭਾਈ ਮੇਰਾ ਪਰਮਾਤਮਾ ਸਾਰੇ ਗੁਣਾਂ ਦਾ ਦਾਤਾ ਹੈ। ਅਵਗਣ ਸ਼ਬਦ ਜਲਾਏ, ਜੋ ਗੁਰਾਂ ਦੇ ਉਪਦੇਸ਼ ਦੁਆਰਾ ਜਗਿਆਸੂ ਦੇ ਹਿਰਦੇ ਅੰਦਰ ਗੁਨਾਹਾਂ ਨੂੰ ਨਾਮ ਅਭਿਆਸ ਰੂਪ ਅੱਗ ਦੇ ਨਾਲ ਸਾੜ ਦਿੰਦਾ ਹੈ। ਜਿਨ ਮਨ ਵਸਿਆ ਸੇ ਜਨ ਸੋਹੇ, ਜਿਨ੍ਹਾਂ ਦੇ ਮਨ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਹੈ ਸੇ ਉਹ ਜਨ ਪੁਰਖ ਲੋਕ ਪਰਲੋਕ ਦੇ ਵਿੱਚ ਸ਼ੋਭਨੀਕ ਹੋਏ ਹਨ। ਹਿਰਦੈ ਨਾਮ ਵਸਾਏ, ਕਿਉਂਕਿ ਉਹਨਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾਉਣਾ ਕੀਤਾ ਹੈ। ਘਰ ਦਰ ਮਹਲ ਸਤਿਗੁਰੂ ਦਿਖਾਇਆ, ਸਤਿਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਸਾਰੇ ਘਰਾਂ ਅਤੇ ਦਰਾਂ ਵਿੱਚੋਂ ਪਰਮਾਤਮਾ ਦਾ ਸਰੂਪ ਪ੍ਰਗਟ ਕਰਕੇ ਵਿਖਾ ਦਿੱਤਾ ਹੈ। ਇਸੇ ਪ੍ਰਕਾਰ ਘਰ ਦਰ ਮਹਲ ਸਤਿਗੁਰੂ ਦਿਖਾਇਆ, ਸਰੀਰ ਰੂਪੀ ਘਰ ਤੇ ਇੰਦਰੀਆਂ ਰੂਪੀ ਦਰ ਦੇ ਅੰਦਰ ਤੁਰਿਆ ਪਦ ਰੂਪੀ ਮਹਲ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਦਿਖਾ ਦਿੱਤਾ ਹੈ। ਇਸੇ ਪ੍ਰਕਾਰ ਘਰ ਦਰ ਮਹਲ ਸਤਿਗੁਰੂ ਦਿਖਾਇਆ, ਸਾਧ ਸੰਗਤ ਰੂਪੀ ਦਰ ਅਤੇ ਸੰਸਾਰ ਰੂਪੀ ਘਰ ਅੰਦਰ ਪ੍ਰਭੂ ਦਾ ਸਰੂਪ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵਿਖਾ ਦਿੱਤਾ ਹੈ। ਇਸੇ ਪ੍ਰਕਾਰ ਘਰ ਦਰ ਮਹਲ ਸਤਿਗੁਰੂ ਦਿਖਾਇਆ, ਜੋ ਸਤ ਸੰਗਤ ਰੂਪੀ ਦਰ ਦੇ ਵਿੱਚ ਮਿਲੇ ਹਨ ਉਹਨਾਂ ਦੇ ਤਾਈਂ ਘਰ ਹਿਰਦੇ ਦੇ ਅੰਦਰ ਹੀ ਸਤਿਗੁਰਾਂ ਨੇ ਸਤ ਸਰੂਪ ਵਿਖਾ ਦਿੱਤਾ ਹੈ। ਰੰਗ ਸਰਲੀਆਂ ਮਾਣ, ਅਤੇ ਉਹ ਪ੍ਰਭੂ ਦੇ ਰੰਗ ਪ੍ਰੇਮ ਦੇ ਨਾਲ ਪ੍ਰੇਮ ਦੇ ਸਹਿਤ ਆਤਮਕ ਆਨੰਦ ਦੀਆਂ ਰਲੀਆਂ ਖੁਸ਼ੀਆਂ ਮਾਣਦੇ ਹਨ। ਜੋ ਕਿਸ ਕਹੈ ਸੋ ਭਲਾ ਕਰ ਮਨ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮਾਤਮਾ ਜੋ ਕੁਝ ਵੀ ਕਹਿੰਦਾ ਹੁਕਮ ਕਰਦਾ ਹੈ ਉਹ ਪੁਰਖ ਉਹੀ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਚੰਗਾ ਕਰਕੇ ਮੰਨਦੇ ਹਨ। ਨਾਨਕ ਨਾਮ ਵਖਾਣੈ, ਅਤੇ ਪਰਮਾਤਮਾ ਦੇ ਨਾਮ ਦਾ ਹੀ ਕਥਨ ਕਰਦੇ ਭਾਵ ਨਾਮ ਹੀ ਜਪਦੇ ਅਤੇ ਜਪਾਉਂਦੇ ਰਹਿੰਦੇ ਹਨ। ਪੈਰੋ ਮਹੱਲਾ ਤੀਜਾ, ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੈਰੋਂ ਰਾਗ ਵਿੱਚ ਸ਼ੋਭਾਮਣ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਮਨ ਸਾ ਮਨ ਹੈ ਸਮਾਏ ਲੈ, ਇਹ ਭਾਈ ਗੁਰ ਸ਼ਬਦੀ ਵਿਚਾਰ, ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਆਪਣੀਆਂ ਮਨ ਦੀਆਂ ਵਾਸ਼ਨਾਵਾਂ ਨੂੰ ਆਪਣੇ ਮਨ ਦੇ ਵਿੱਚ ਹੀ ਲੀਨ ਕਰ ਲੈ। ਗੁਰ ਪੂਰੇ ਤੇ ਸੂਝੀ ਪਾਵੈ, ਕਿਉਂਕਿ ਜਿਸ ਨੂੰ ਪੂਰਨ ਗੁਰੂ ਤੋਂ ਸ਼ਬਦ ਦੁਆਰਾ ਆਤਮਿਕ ਜੀਵਨ ਦੀ ਸਮਝ ਪੈ ਜਾਂਦੀ ਹੈ। ਫਿਰ ਮਾਰੈ ਨਾ ਵਾਰੋ ਵਾਰ, ਫਿਰ ਉਹ ਮੁੜ ਮੁੜ
ਜੰਮਦਾ ਮਰਦਾ ਨਹੀਂ ਹੈ। ਮਨ ਮੇਰੇ ਮਨਾ ਆਪਣੇ ਮਨ ਨੂੰ ਇੰਜ ਸਿੱਖਿਆ ਦਈਏ। ਰਾਮ ਨਾਮ ਆਧਾਰ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਮ ਦਾ ਆਸਰਾ ਲੈਣਾ ਕੀਤਾ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ। ਉਹਨਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਵੱਡੀ ਕੇਵਲ ਮੋਖ ਰੂਪ ਪਦਵੀ ਨੂੰ ਪਾਇਆ ਹੈ। ਸਭ ਇੱਛਾ ਬੁਝਾਵਣ ਹਾਰ ਅਤੇ ਉਹ ਨਾਮ ਹੀ ਉਹਨਾਂ ਦੀਆਂ ਲੋਕ ਪਰਲੋਕ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਭ ਮਹਿ ਕੋ ਰਵ ਰਹਿਆ। ਉਹਨਾਂ ਗੁਰਮੁਖਾਂ ਨੇ ਐਸੇ ਨਿਸ਼ਚੈ ਕੀਤਾ ਹੈ ਕਿ ਸਾਰੀਆਂ ਜੀਵਾਂ ਵਿੱਚ ਇੱਕ ਅਦੁੱਤੀ ਪਰਮਾਤਮਾ ਹੀ ਵਿਆਪਕ ਹੋ ਰਿਹਾ ਹੈ। ਗੁਰ ਬਿਨ ਬੂਝਨ ਪਾਏ। ਪਰ ਗੁਰਾਂ ਤੋਂ ਬਿਨਾ ਕੋਈ ਉਸ ਦੀ ਸਮਝ ਨੂੰ ਨਹੀਂ ਪਾ ਸਕਦਾ। ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ। ਮੇਰਾ ਹਰੇ ਪਰੇ ਕਰਨ ਵਾਲਾ ਪਰਮਾਤਮਾ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਪ੍ਰਤੱਖ ਸਾਖਿਆਤਕਾਰ ਹੋਇਆ ਹੈ। ਅਨ ਦਿਨ ਹਰ ਗੁਣ ਗਾਏ। ਉਹ ਗੁਰਮੁਖ ਰਾਤ ਦਿਨ ਹਰੀ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ। ਸੁਖ ਦਾਤਾ ਹਰ ਏਕ ਹੈ। ਇੱਕ ਹਰੀ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ। ਹੋਰ ਥੈ ਸੁਖ ਨਾ ਪਾਹੇ। ਉਸ ਤੋਂ ਬਿਨਾ ਕੋਈ ਜੀਵ ਕਿਸੇ ਹੋਰ ਥਾਮੋਂ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਆਤਮਿਕ ਸੁੱਖ ਨਹੀਂ ਪਾ ਸਕਦਾ। ਸਤਿਗੁਰ ਜਿਨੀ ਨਸੇਵਿਆ ਦਾਤਾ। ਜਿਨ੍ਹਾਂ ਮਨੁੱਖਾਂ ਨੇ ਦਾਤਾਰ ਸਤਿਗੁਰਾਂ ਨੂੰ ਜਾਂ ਸਤਿਗੁਰਾਂ ਦੁਆਰਾ ਪਰਮਾਤਮਾ ਨੂੰ ਸੇਵਨਾ ਨਹੀਂ ਕੀਤਾ। ਸੇ ਅੰਤ ਗਏ ਪਛਤਾਹੇ। ਉਹ ਮਨੁੱਖ ਅਖੀਰ ਨੂੰ ਪਛਤਾਪ ਕਰਦੇ ਹੋਏ ਹੀ ਇਹ ਸੰਸਾਰ ਤੋਂ ਪਰਲੋਕ ਵੱਲ ਨੂੰ ਤੁਰ ਗਏ ਹਨ। ਸਤਿਗੁਰ ਸੇਵ ਸਦਾ ਸੁਖ ਪਾਇਆ। ਗੁਰਮੁਖਾਂ ਨੇ ਸਤਿਗੁਰਾਂ ਦੀ ਸੇਵਾ ਟਹਿਲ ਕਰਕੇ ਹਮੇਸ਼ਾ ਰਹਿਣ ਵਾਲੇ ਸੁਖ ਸਰੂਪ ਨੂੰ ਪਾਇਆ ਹੈ। ਫਿਰ ਦੁੱਖ ਨਾ ਲੱਗੈ ਤਾਏ। ਫਿਰ ਮੁੜ ਕੇ ਉਹਨਾਂ ਨੂੰ ਕੋਈ ਵੀ ਦੁੱਖ ਧਾਵਾ ਗੋਲ ਕੇ ਨਹੀਂ ਲੱਗਦਾ। ਨਾਨਕ ਹਰ ਭਗਤ ਪ੍ਰਾਪਤ ਹੋਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਗੁਰਮੁਖਾਂ ਨੂੰ ਹੀ ਗੁਰਾਂ ਦੁਆਰਾ ਹਰੀ ਪ੍ਰਭੂ ਦੀ ਭਗਤੀ ਪ੍ਰਾਪਤ ਹੋਈ ਹੈ। ਜੋਤੀ ਜੋਤ ਸਮਾਏ। ਅਤੇ ਉਹਨਾਂ ਦੀ ਪ੍ਰਤੱਖ ਜੋਤ ਅਦਵੈਤ ਆਨੰਦ ਸਰੂਪ ਜੋਤੀ ਪਰਮਾਤਮਾ ਦੇ ਵਿੱਚ ਲੀਨ ਹੋਈ ਹੈ। ਪੈਰਾਓ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਮਨ ਫੁਰਮਾਨ ਕਰਦੇ ਹਨ। ਬਾਜ ਗੁਰੂ ਜਗਤ ਬੌਰਾਨਾ। ਇਹ ਭਾਈ ਸਤਿਗੁਰੂ ਧਾਰਨ ਤੋਂ ਬਿਨਾ ਸਾਰਾ ਸੰਸਾਰ ਹੀ ਕਮਲਾ ਹੋ ਰਿਹਾ ਹੈ। ਲਾ ਚੋਟਾ ਖਾਈ। ਅਤੇ ਵਾਹਿਗੁਰੂ ਦੇ ਸਰੂਪ ਤੋਂ ਭੁੱਲਿਆ ਹੋਇਆ ਵਿਕਾਰਾਂ ਦੀਆਂ ਜਮਾਂ ਦੀਆਂ ਸੱਟਾਂ ਖਾਂਦਾ ਹੈ।
ਮਰ ਮਰ ਜੰਮੈ ਸਦਾ ਦੁਖ ਪਾਏ। ਸੰਸਾਰ ਮੌਤ ਦਾ ਮਾਰਿਆ ਹੋਇਆ ਮਰਦਾ ਅਤੇ ਵਾਸ਼ਨਾ ਦਾ ਬੱਧਾ ਹੋਇਆ ਜੰਮਦਾ ਰਹਿੰਦਾ ਹੈ। ਹਮੇਸ਼ਾ ਆਉਣ ਜਾਣ ਦਾ ਦੁੱਖ ਪਾਉਣਾ ਕਰਦਾ ਹੈ। ਦਰ ਕੀ ਖਬਰ ਨਾ ਪਾਈ। ਪਰ ਪਰਮਾਤਮਾ ਦੇ ਦੁਆਰੇ ਜਾਂ ਹਿਰਦੇ ਦੇ ਦਰ ਅੰਦਰ ਵਸਦੇ ਪਰਮਾਤਮਾ ਦੀ ਪ੍ਰਾਪਤੀ ਰੂਪ ਖਬਰ ਨਹੀਂ ਪਾਈ। ਮੇਰੇ ਮਨ ਏ ਮੇਰੇ ਮਨਾ ਸਦਾ ਰਹੋ ਸਤਿਗੁਰ ਕੀ ਸਰਣਾ। ਇਸ ਲਈ ਤੂੰ ਹਮੇਸ਼ਾ ਹੀ ਸਤਿਗੁਰਾਂ ਦੀ ਓਟ ਦੇ ਵਿੱਚ ਰਹਿਣਾ ਕਰ। ਹਿਰਦੈ ਹਰ ਨਾਮ ਮਿੱਠਾ ਸਦ ਲਾਗਾ। ਜਿਨ੍ਹਾਂ ਦੇ ਹਿਰਦੇ ਮਨ ਵਿੱਚ ਹਰੀ ਪਰਮਾਤਮਾ ਦਾ ਨਾਮ ਹਮੇਸ਼ਾ ਹੀ ਪਿਆਰਾ ਲੱਗਿਆ ਹੈ। ਗੁਰ ਸ਼ਬਦ ਦੇ ਭਵ ਜਲ ਤਰਣਾ। ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਭੇਖ ਕਰੈ ਬਹੁਤ ਚਿਤ ਡੋਲਾ। ਜਿਹੜੇ ਬਾਹਰੋਂ ਅਨੇਕਾਂ ਲਿਬਾਸ ਧਾਰਨ ਕਰਦੇ ਨੇ ਉਹਨਾਂ ਦਾ ਜੋ ਮਨ ਹੈ ਅਨੇਕਾਂ ਪਦਾਰਥਾਂ ਦੀ ਇੱਛਾ ਦੇ ਵਿੱਚ ਡੋਲਦਾ ਰਹਿੰਦਾ ਹੈ। ਅੰਤਰ ਕਾਮ ਕ੍ਰੋਧ ਅਹੰਕਾਰ। ਅਤੇ ਉਹਨਾਂ ਦੇ ਹਿਰਦੇ ਅੰਦਰ ਕਾਮ ਦਾ ਫੁਰਨਾ, ਕ੍ਰੋਧ, ਗੁੱਸਾ ਅਤੇ ਅਭਿਮਾਨ ਆਦਿਕ ਵਿਕਾਰਾਂ ਦੀ ਬਹੁਲਤਾ ਹੁੰਦੀ ਹੈ। ਅੰਤਰ ਦਿਸ਼ਾ ਭੂਖ ਅਤ ਬਹੁਤੀ। ਉਹਨਾਂ ਦੇ ਹਿਰਦੇ ਵਿੱਚ ਅਤਿਅੰਤ ਹੀ ਰਸਾਂ ਕਸਾਂ ਦੀ ਤ੍ਰਿਸ਼ਨਾ ਅਤੇ ਬਹੁਤ ਜ਼ਿਆਦਾ ਪਦਾਰਥਾਂ ਦੇ ਜੋੜਨ ਦੀ ਭੁੱਖ ਆਸਾ ਲੱਗੀ ਰਹਿੰਦੀ ਹੈ। ਭੌਕਤ ਫਿਰੈ ਦਰਬਾਰ। ਦਰ ਦੁਆਰੇ ਦੁਆਰੇ ਉੱਪਰ ਤੇ ਬਾਹਰ ਦਰਵਾਜ਼ਿਆਂ ਦੇ ਤੇ ਬਾਹਰ ਮੁੜ ਮੁੜ ਜੂਨਾਂ ਰੂਪੀ ਦੁਆਰਿਆਂ ਦੇ ਵਿੱਚ ਹੀ ਭੌਂਕਦੇ ਫਿਰਦੇ ਰਹਿੰਦੇ, ਭਟਕਦੇ ਫਿਰਦੇ ਰਹਿੰਦੇ ਹਨ। ਅਸਲ ਦੇ ਵਿੱਚ ਪਾਠ ਤਾਂ ਦਰ ਤੇ ਬਾਰ ਵੱਖੋ ਵੱਖ ਹੈ, ਪਰ ਜੇ ਇਕੱਠਾ ਮੰਨੀਏ ਤਾਂ ਦਰਬਾਰ ਕੋਰਟ ਕਚਹਿਰੀਆਂ ਵਿੱਚ ਹੀ ਭਟਕਦੇ ਰਹਿੰਦੇ ਨੇ ਜਾਂ ਪਰਿਵਾਰ ਰੂਪੀ ਦਰਬਾਰ ਦੇ ਵਿੱਚ ਹੀ ਭਟਕਦੇ ਰਹਿੰਦੇ ਨੇ। ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਜਾਈ। ਗੁਰ ਕੈ ਸ਼ਬਦ ਮਰੈ ਫਿਰ ਜੀਵਾ। ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰ ਜਾਂਦੇ ਨੇ ਅਤੇ ਫਿਰ ਮੁੜ ਸ਼ੁਭ ਗੁਣਾ ਪਰਮਾਤਮਾ ਵੱਲ ਉਹ ਜਿਉਂਦੇ ਹੋ ਜਾਂਦੇ ਨੇ। ਤਿਨ ਕੋ ਮੁਕਤ ਦੁਆਰ। ਜਿਹੜੇ ਜੀਵਤ ਭਾਵ ਵੱਲੋਂ ਮਰ ਜਾਂਦੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਉਹ ਮੁੜ ਰੱਬ ਵੱਲ ਜਿਉਂਦੇ ਹੋ ਜਾਂਦੇ ਨੇ। ਤਿਨਾਂ ਨੂੰ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੁੰਦਾ ਹੈ ਜਾਂ ਦੁਆਰਿਆਂ ਵਾਲੇ ਸੰਸਾਰ ਜਾਂ ਸਰੀਰ ਵਿੱਚੋਂ ਮੁਕਤੀ ਪ੍ਰਾਪਤ ਹੁੰਦੀ ਹੈ। ਅੰਤਰ ਸ਼ਾਂਤ ਸਦਾ ਸੁਖ ਹੋਵੇ। ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਅਤੇ ਸਦੀਵੀ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਹਰ ਰਾਖਿਆ ਔਰ ਧਾਰ। ਕਿਉਂਕਿ ਉਹਨਾਂ ਨੇ ਆਪਣੇ ਔਰ ਹਿਰਦੇ ਵਿੱਚ ਹਰੀ ਪਰਮਾਤਮਾ ਨੂੰ ਧਾਰਨ ਕਰਕੇ ਰੱਖਿਆ ਹੋਇਆ ਹੈ। ਜੋ ਤਿਸ ਪਾਵੈ ਤਿਵੈ ਚਲਾਵੈ। ਜਿਵੇਂ ਤਿਸ ਪਰਮਾਤਮਾ ਨੂੰ ਪਾਉਂਦਾ ਹੈ ਉਹ ਤਿਵੇਂ ਹੀ
ਸੰਸਾਰ ਨੂੰ ਚਲਾਉਂਦਾ ਹੈ। ਕਰਣਾ ਕਿਛੁ ਨਾ ਜਾਈ, ਉਸ ਦੇ ਹੁਕਮ ਤੋਂ ਉਲਟ ਆਪਣੇ ਵੱਲੋਂ ਕੁਝ ਵੀ ਕੀਤਾ ਨਹੀਂ ਜਾ ਸਕਦਾ। ਕੀਤਾ ਕਰਨਾ ਸਰਬ ਰਜਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਹੁਕਮ ਦੇ ਵਿੱਚ ਹੀ ਕਰਦਾ ਤੇ ਕਰਾਉਂਦਾ ਹੈ। ਕਿਸ ਕੀਚੈ ਜੇ ਕਰ ਸਕੀਏ। ਕੁਛ ਆਪਾਂ ਤਾਂ ਹੀ ਕਰੀਏ ਜੇ ਕੁਛ ਆਪ ਦੀ ਮਰਜ਼ੀ ਨਾਲ ਕਰ ਸਕਦੇ ਹੋਈਏ। ਕੀਤਾ ਕਰਨਾ ਸਰਬ ਰਜਾਈ, ਕਿਸ ਕੀਚੈ ਜੇ ਕਰ ਸਕੀਏ। ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰਖੀਐ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ ਹੈ। ਜਿਉ ਭਾਵੈ ਤਿਵੇਂ ਬਖਸ਼। ਨਾਨਕ ਗੁਰਮੁਖ ਸ਼ਬਦ ਸੰਭਾਲੇ। ਇੰਜ ਵਾਹਿਗੁਰੂ ਦੇ ਬਾਣੀ ਵਿੱਚ ਚੱਲਦੇ ਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਹੜੇ ਗੁਰਮੁਖ ਗੁਰਾਂ ਦੇ ਉਪਦੇਸ਼ ਨੂੰ ਸੰਭਾਲੇ ਯਾਦ ਕਰਦੇ ਨੇ, ਜਾਂ ਗੁਰਾਂ ਦੇ ਸ਼ਬਦ ਦੁਆਰਾ ਪਰਮਾਤਮਾ ਨੂੰ ਯਾਦ ਕਰਦੇ ਨੇ। ਰਾਮ ਨਾਮ ਵਡਿਆਈ, ਉਹਨਾਂ ਨੂੰ ਰਮੰਤੀ ਸਾ ਰਾਮਾ ਰਮੇ ਪਰਮਾਤਮਾ ਦੇ ਨਾਮ ਜਪਣ ਜਪਾਉਣ ਦੀ ਵਡਿਆਈ ਮਿਲਦੀ ਹੈ। ਜਾਂ ਨਾਮ ਕਰਕੇ ਲੋਕ ਪਰਲੋਕ ਦੇ ਵਿੱਚ ਵਡਿਆਈ ਮਿਲਦੀ ਹੈ। ਭੈਰਵ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਮਣ ਉਪਦੇਸ਼ ਬਖਸ਼ਿਸ਼ ਕਰਦੇ ਨੇ। ਹਉਮੈ ਮਾਇਆ ਮੋਹਿ ਖਵਾਇਆ। ਇਹ ਭਾਈ ਦੇਹ ਦੀ ਹੰਗਤਾ ਮਮਤਾ ਅਤੇ ਮਾਇਆ ਦੇ ਮੋਹ ਨੇ ਜੀਵ ਨੂੰ ਵਾਹਿਗੁਰੂ ਦੇ ਸਰੂਪ ਵੱਲੋਂ ਭੁਲਾਇਆ ਹੋਇਆ ਹੈ। ਦੁੱਖ ਖੱਟੇ ਦੁੱਖ ਖਾਏ। ਜੀਵ ਦੁੱਖਦਾਇਕ ਕਰਮਾਂ ਨੂੰ ਖੱਟਦਾ ਕਮਾਉਂਦਾ ਹੈ ਅਤੇ ਦੁੱਖ ਹੀ ਖਾਂਦਾ ਭੋਗਦਾ ਹੈ, ਜਾਂ ਕਿਸੇ ਨੂੰ ਦੁੱਖ ਦੇ ਕੇ ਆਪ ਖਾਣਾ ਖਾਂਦਾ ਹੈ। ਅੰਦਰ ਲੋਪਾ ਹਲਕ ਦੁੱਖ ਭਾਰੀ। ਜੀਵ ਦੇ ਮਨ ਅੰਦਰ ਲਾਲਚ ਰੂਪੀ ਹਲਕ ਉੱਠਿਆ ਹੋਇਆ ਹੈ। ਸਕੀ ਮਾਂ ਸਕੇ ਪਿਓ ਸਕੀ ਭੈਣ ਨੂੰ ਵੀ ਚੱਕ ਵੱਟਦਾ, ਮਤਲਬ ਉਹਨਾਂ ਨੂੰ ਵੀ ਲੁੱਟ ਲੈਂਦਾ ਹੈ। ਜਿਸ ਕਰਕੇ ਦੁੱਖ ਭਾਰੀ, ਬਹੁਤ ਵੱਡੇ ਦੁੱਖ ਦੇ ਸਹਿਤ ਹੋ ਰਿਹਾ ਹੈ। ਬਿਨ ਵਿਵੇਕ ਪਰਮਾਏ। ਆਪਣੇ ਸਰੂਪ ਦੇ ਗਿਆਨ ਤੋਂ ਬਿਨਾ ਉਹ ਭਟਕਦਾ ਫਿਰਦਾ ਰਹਿੰਦਾ ਹੈ। ਮਨ ਮੁਖ ਤ੍ਰਿਗ ਜੀਵਨ ਸੰਸਾਰ। ਇਹ ਭਾਈ ਮਨ ਦੇ ਮਗਰ ਲੱਗਣ ਵਾਲੇ ਪੁਰਖਾਂ ਦਾ ਜਗਤ ਵਿੱਚ ਜੋ ਜਿਉਣਾ ਹੈ ਉਹਨੂੰ ਤਿਰਕਾਰ ਯੋਗ ਹੈ। ਜੋ ਮਨਮੁਖ ਜਿਉਂਦਾ ਹੈ ਜਗਤ ਵਿੱਚ ਉਹ ਤਿਰਕਾਰ ਯੋਗ ਹੈ। ਰਾਮ ਨਾਮ ਸੁਪਨ ਨਹੀਂ ਚੇਤਿਆ। ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਕਦੇ ਸੁਪਨੇ ਵਿੱਚ ਵੀ ਯਾਦ ਨਹੀਂ ਕੀਤਾ, ਜਾਂ ਸੁਪਨੇ ਮਾਤਰ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ। ਹਰ ਸਿਉ ਕਦੇ ਨ ਲਾਗੈ ਪਿਆਰ। ਅਤੇ ਉਹਨਾਂ ਦਾ ਹਰੀ ਪਰਮਾਤਮਾ ਦੇ ਨਾਲ ਕਦੇ ਵੀ ਪਿਆਰ ਨਹੀਂ ਲੱਗਦਾ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪਸੂਆ ਕਰਮ ਕਰੈ ਨਹੀਂ ਬੂਝੈ। ਉਹ ਪਸ਼ੂਆਂ ਦੇ ਸਦਰਸ਼ ਕੰਮ ਕਰਦਾ, ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਨਹੀਂ ਹੈ। ਕੂੜ ਕਮਾਵੈ ਕੂੜੋ ਕਰਮ ਕਮਾਉਣਾ ਕਰਦਾ, ਜਿਸ ਕਰਕੇ ਉਹ ਪਰਲੋਕ ਦੇ ਵਿੱਚ ਝੂਠਾ ਹੀ ਹੋਵੇਗਾ, ਜਾਂ ਉਸਨੂੰ ਝੂਠਾ ਹੀ ਫਲ ਪ੍ਰਾਪਤ ਹੋਵੇਗਾ। ਸਤਿਗੁਰ ਮਿਲੈ ਤਾਂ ਉਲਟੀ ਹੋਵੈ।
सतगुरु जी मिल पैण तां बिरती संसार वल्लों उल्ट के परत के परमार्थ वल हो जाती है। हो जल है जन कोए, पर वो कोई विरला पुरख ही है जो गुरां नूं भाल लैंदा है या गुरां द्वारा परमात्मा दे ताई खोज लैंदा है। हर हर नाम हृदय सद वसिया, हरे भरे करन वाले हरि परमात्मा दा नाम जिन्हां दे हिरदे विच हमेशा वसिया रहिंदा है। पाया गुणी निदान, उन्हां ने जो गुणी निधान गुणां दे खजाने प्रभु नूं पाउणा कीता है। महाराज ने बचन कीता है, पातशाह जी फरमाउंदे ने जिन सेविया तिन पाया मान, नानक गावीए गुणी निधान। जिहड़ा वाहिगुरु है ये गुणां दा खजाना है। उहदे च किहड़े किहड़े गुण ने? वो एक है, वो अहंकार है, सत है, नाम प्रसिद्ध है, करता है, पुरख है, निर्भव है, निर्वैर है, अकाल है, मूर्त है, अजूनी है, सहभंग है। ਉਹਦੇ 'ਚ ਗੁਣ ਵਿਸ਼ੇਸ਼ਤਾ ਹੈ कि ਉਹ गुरु ਦੀ प्रसाद कृपा ਨਾਲ पाया जाता है। फिर वो जप जपनी योग है, आद सच है, जुगाद सच है, हुण भी है, साडे पास ही बैठा है। विच संगत हर प्रभ वसै जियो, संगत च रब वसदा है। महाराज ने लिख के दिता है भी पिछे भी सीगा, साडे जन्म तो पहला भी मौजूद सी। नानक होसी भी सच, असीं उठ के चले जावांगे उदों भी महाराज इत्थे ही होवेगा। ऐसे गुणां वाला जो परमात्मा है जी, उहदा सिमरन करांगे, उहदे गुणां नूं याद करांगे तां जिन्ने भी गुण ने वो याद करन वाले दे हिरदे विच वस जांदे ने। ते इस वास्ते वो फिर महाराज नूं ही समझ लो पा लैंदा है। बाणी नूं हिरदे च वसाउणा ही रब नूं पाउणा है। पातशाह जी कथन करदे ने, राम राम सब को कहे, कहे राम ना होए, गुर प्रसादी राम मन वसै, तां फल पावै कोई। नानक जिन कै हिरदे वसिया, मोख मुक्त तिन पाया। मुखों हर हर सब को करे, बिरले हृदय वसाया। नानक जिन कै हृदय वसिया, मोख मुक्त तिन पाया। हरे परे करन वाले परमात्मा दा नाम जिन्हां दे हिरदे च हमेशा वसिया रहिंदा, उन्हां गुणां दे खजाने प्रभु नूं पाया। किवें पाया है? गुर प्रसादी पूरा पाया, जो उन्हां ने गुरां दी कृपा करके पूर्ण प्रभु नूं प्राप्त कीता है। चूका मन अबमान, क्योंकि गुरां दी कृपा द्वारा उन्हां दे हिरदे विचों हंकार जो चुकिया गया है। आपे करता करे कराए, वो जानते ने कि करता परमात्मा आप ही जीवन नूं पैदा करदा, आप ही उन्हां दी वासना अनुसार प्रेर के कर्म कराउंदा है। आपे मार्ग पाए, अते आप ही सत्संगत विच मेल के प्रेमा भगती दे रस्ते पाउंदा है। आपे गुरमुखा दी वडियाई, आप ही गुरमुख जनां नूं गुरां द्वारा अपने स्वरूप की प्राप्ति रो शोभा दिंदा है। नानक नाम समाए, सतगुरु साहब जी कथन करते ने कि इउं वो नाम करके या नामी परमात्मा दे विच लीन हो जाते ने, या गुरमुखां नूं नाम की वडियाई वो बख्श दिंदा है। गुरमुख कौन ने? पातशाह जी कथन करते ने, नानक नाम समाए, जो प्रभु दे
नाम दे विच ही समाए रहिंदे ने, हमेशा ही बाणी पढ़दे बाणी दा ही रूप हो जांदे, नाम जपदे नाम स्वरूप ही हो जांदे ने। नानक ब्रह्म ज्ञानी का भोजन ज्ञान। पैराओ महला तीजा। तीजे पातशाह धन सतगुरु अमरदास साहिब जी महाराज एक बहुत ही सुंदर साखी सरवण करवा रहे हैं। कई कालजां में पढ़े हुए गुरमुख गुरबाणी की कथा विच साखियां का विरोध करते हैं। कईयां तो मैं सुनिया जिहड़े चुंच ज्ञानी ने, नशरदक बंदे ने, आखे जी तुसीं की कहानियां पाउंदे हो, गुरबाणी की कथा सरवण कराओ। कथा बनती किवें है? कथा दा तां मतलब ही ये है कि जिस दे विच अखरां दी अर्थ होण, भाव अर्थ होण, व्याख्या होवे, शब्द दा सिद्धांत अलंकार, फिर अर्थ नूं स्पष्ट करन वास्ते ताकि साडी श्रद्धा परपक्क हो जाए। गुरमत के अनुकूल गुर इतिहास विचों भगतां दी माला दे विचों भगतां दे जीवन विचों कोई साखी सांझी करी दी है। ये मैं तां बेनती कीती है कि गुरुद्वारा दुख निवारण साहिब पटियाला शहर विखे मैनू याद है मैं हुक्मनामे की कथा की सी। तिलंग महला पहला, तुद बिन दूजा नाही कोय, तू करतार करे सो होए, तेरा जोर तेरी मन टेक, सदा सदा जाप नानक है तू होवनहार, अगम अगाध ऊंच अपार। सो ये उपर मैं भाई कन्हैया जी की साखी सरवण कराई। पढ़े लिखे गुरमुख बाद विच मैनूं कहन लगे कि तुसां दे इतिहास सुना दिता। मैं कहा जी हुक्मनामा तो छोटा जिहा है, इतिहास दे नाल ही आपां जो गुरबाणी ने सानू बख्शिश कीता है वो अर्थ साडे मन विच वस जाण, समझ आ जाए, मोटे रूप दे विच श्रद्धा परपक्क हो जाए। इतिहास नाल ही परपक्क हुंदी है। तो जिन्हां ने नाम नूं शब्द नूं कमाया है उन्हां दी साखी सांझी करन दा कोई हर्ज नहीं। ते गुरुद्वारा डमेली महापुरखां दा बरमिंघम शहर विखे उत्थे भी वो को सैकटरी नशरदक सी मिशनरी, उन्हें कहना भी फलाना आया, उन्हें कहानियां सुना मेरे तो कान बोले कर देते। मतलब जिहड़ा बंदा भगतां दी साखी नहीं सुन सकता दसो की सुनेगा। मेरे कहने तो भाव ये है कि साडे गुरुआं ने गुरबाणी विच खुद आप साखियां सुनाइयां ने। भगत प्रहलाद की साखी अति सुंदर। सब तो पहला मैं रागी बलविंदर सिंह जी रंगीला साहब पासों उन्हां दी कैसेट सुनी, ਉਹਦੇ ਵਿੱਚੋਂ ਸਰਵਣ ਕੀਤੀ, मेरा बड़ा प्यार पैदा होया। फिर मैं भगतमाला ग्रंथ पढ़िया, सुन साखी मन जप प्यार, अजामल उधरिया कह एक बार, बाल्मीकि हुआ साध संग, ध्रुव को मिलिया हर संग। सतगुरु जी ने आप साखियां सरवण कराइया। इस शब्द विच जो प्रारंभ हो रही है भगत प्रहलाद जी के जीवन का दृष्टांत दिंदे हुए गुरु अमरदास जी महाराज गुरमुखां दे लखण कथन करते हैं। जिस समय हरनाखश ने अपने पुत्र भगत प्रहलाद जी नूं पढ़न लई दैंतां दे गुरु शुक्राचार्य दे पुत्र संडे मरके पास भेजना कीता, तदों उन्होंने पट्टी उपर दैंतां दी विद्या दी अखर लिखे पढ़न लई किया। तदों जो प्रहलाद जी ने किया उस वारता नूं गुरु साहब जी अपने मुखों उच्चारण करके पावन उपदेश बख्शिश करते रहो। भगत प्रहलाद की साखी श्री गुरु अमरदास जी के पावन मुखार बिंदों सरवण करो। मेरी पटिया लिखो हर गोविंद गोपाला,
पांधा जी मेरी पट्टी उपर उस हरि परमात्मा का नाम लिखना करो जो गोविंद पृथ्वी दे जीवन की रखिया करने वाला ते पृथ्वी दे जीवन की पालना करता है। मेरी पट्टी उपर हरि गोविंद अते गोपाल अखर लिखना करो। दूजा पाए फाते जम जाला, क्योंकि एक परमात्मा तो बिना द्वैत भाव वाली पढ़ाई पढ़न नाल या दूसरे अखरां विच प्रेम करन नाल जमां दी फाही विच ही फस जाईदा है। तदों अगों उन्होंने किया कि हे पुत्र प्रहलाद, ये नाम साडे पढ़न योग नहीं हैं। जेकर तेरे पिता नूं पता लग गया तो तैनूं उस तो कौन बचावेगा। सहपुत्र बख्शदे ने सतगुर करे मेरी प्रतिपाला। ये पांधा जी मेरा सतगुरु नारद मुनि सतगुरु परमात्मा मेरी पालना करता है। क्योंकि जिस वक्त इंद्र ने देखिया कि हरनाकश दा तप करने लई चला गया, उन्हें ओदी पुरी ते हमला करके सब दैंतां नूं पछाड़ दिता, कुछ मार दिते। उसदी घरवाली नूं यानी भगत प्रहलाद दी माता जी नूं इंद्र ने अपनी कैद विच कैद कर लिया। सोचिया कि इनू मैं आपदे पुरी विच ले जाके कैद रखांगा। जो हरनाकश दा बच्चा इहदे पेट विच पल रहा है, जमदियां सारी उन्होंने मैं मार देवांगा। क्योंकि काबू तो पहला ही नहीं आ रहा हरनाकशी दा प्यो, पुत पता नहीं किहो जिहा जम पए, वो सानू वक्त पाएगा। जद हरनाकश दी इस्त्री उसदी पत्नी नूं इंद्र ले जा रहा सी अपनी पुरी विच, रस्ते विच नारद मुनि मिलिया। आख्या इंद्र बीबी भैन कौन है? कहन लगा भी इंज गल बात है, ਇਹਦੇ उधर दे विच हरनाकश दैन दा बच्चा पल रहा है, मैं उन्होंने मारांगा, वो जन्म लेगा। कहते राम 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 नारायण नारायण नारायण। ये इंद्र तेनों रब की कुदरत का की पता है? इस दे उधर तो भगवान का भगत पैदा होवेगा जो तुहाडे वर्गे देवतियां दी रखिया करेगा। इस बीबी नूं छड्ड दे। बीबी आंदी बेइज्जती नहीं करी दी, बेदबी नहीं करी दी। बच्चे बजुर्ग ते इस्त्री ते वार करना कोई सूरमगति वाली बात नहीं है। इंद्र ने नारद मुनि की गल मन के प्रहलाद की माता नूं छड्ड दिता। आख्या बीबी हुण तू कित्थे जाएंगी? कहंदी जी मेरा तां कोई घर बार नहीं। कहंदे चल इहों कर, संतां दे आश्रम ते रह तू साडे नाल, इत्थे झाड़ू पुंजा करिया कर, सवेरे शाम संगत करिया कर। जिन्ना चिर तेरा पति नहीं आउंदा तू साडे को। धीआं भी तां मापियां दे घरां च रहिंदियां ने, तू धी बन के साडे कोल रह। जदों तेरा पति तप करके आ जावेगा फिर तू आपदे घर चली जावीं। इउं संतां दी आश्रम दी सेवा करती रही, झाड़ू पूंजा करती रही, सत्संगत करती रही। तो प्रहलाद भगत जी ने जन्म तो पहला ही नारद मुनि दे आश्रम ते संतां दी संगत विचों राम नाम दी पढ़ाई पढ़ लई सी। क्योंकि जो भी माता बोलदी है कन्ना राहीं सुनदी है, वो सब बच्चा क्योंकि अंदरों जिउंदा हुंदा है, बच्चा जिउंदा जागदा है, उन्होंने सुनता भी है, उन्होंने दिखता भी है, वह दिमाग भी काम करता है। वो सारा माँ के नाल टच है। जो कुछ माँ करती बोलती सुनती है, सारा बच्चे ते असर पैंदा। माँ के राही संगत करती हैं, उन्हें जन्म तो पहला ही राम नाम दृढ़ कर लिया सीगा। इस प्रकार उहदा गुरु नारद मुनि होया भगत प्रहलाद जी का। इसलिए कह रहे हैं कि अपने गुरु नारद मुनि के उपदेश करके भगत प्रहलाद परमात्मा का नाम उच्चारण करता सीगा। हे पांधा जी मेरा सतगुरु नारद मुनि
ਜਾਂ ਸਤਿਗੁਰੂ ਪਰਮਾਤਮਾ ਮੇਰੀ ਪਾਲਣਾ ਕਰਦਾ ਹੈ। ਹਰ ਸੁਖ ਦਾਤਾ ਮੇਰਾ ਨਾਲਾ, ਉਹ ਸੁਖ ਦੇਣ ਵਾਲਾ ਪਰਮਾਤਮਾ ਸਦਾ ਹੀ ਮੇਰੇ ਨਾਲ ਸਦਾ ਅੰਗ ਸੰਗੇ ਭੰਗੰ ਬਿਪੋਤੇ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਉਹ ਮੇਰੇ ਹਮੇਸ਼ਾ ਹੀ ਨਾਲ ਹੈ। ਗੁਰੇ ਉਪਦੇਸਾ ਪ੍ਰਹਲਾਦ ਹਰਿ ਉਚਰੈ। ਇਸ ਪ੍ਰਕਾਰ ਆਪਣੇ ਗੁਰੂ ਨਾਰਦ ਮੁਨੀ ਦੇ ਉਪਦੇਸ਼ ਕਰਕੇ ਭਗਤ ਪ੍ਰਹਿਲਾਦ ਹਰੀ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਸੀ। ਸਾਸਨਾ ਤੇ ਬਾਲਕ ਗਮਨ ਕਰੈ। ਅਨੇਕ ਤਰ੍ਹਾਂ ਦੀ ਤਾੜਨਾ ਕਰਨ ਦੋਵੇਂ ਉਸ ਬੱਚੇ ਪ੍ਰਹਿਲਾਦ ਦੇ ਮਨ ਦੇ ਵਿੱਚ ਸ਼ੋਕ ਨਹੀਂ ਸੀ ਹੁੰਦਾ। ਉਹ ਬੱਚਾ ਪ੍ਰਹਿਲਾਦ ਆਪਣੇ ਮਨ ਦੇ ਵਿੱਚ ਸ਼ੋਕ ਨਹੀਂ ਕਰਦਾ ਸੀ, ਭਾਵ ਡਰਦਾ ਨਹੀਂ ਸੀ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਮਾਤਾ ਉਪਦੇਸੈ ਪ੍ਰਹਲਾਦ ਪਿਆਰੇ। ਪਿਆਰੇ ਪ੍ਰਹਿਲਾਦ ਭਗਤ ਨੂੰ ਉਸਦੀ ਮਾਤਾ ਵੀ ਸਿੱਖਿਆ ਸਮਝਾਉਂਦੀ ਹੈ ਕਿ हे ਪੁੱਤਰ ਪ੍ਰਹਿਲਾਦ, ਇਹ ਮੇਰੇ ਪਿਆਰੇ ਬੱਚੇ, ਪੁੱਤਰ ਰਾਮ ਨਾਮ ਛੋਟਾਓ। ਇਹ ਪੁੱਤਰ ਪ੍ਰਹਿਲਾਦ, ਤੂੰ ਰਾਮ ਪਰਮਾਤਮਾ ਦਾ ਨਾਮ ਜਪਣਾ ਛੱਡ ਦੇ। ਜੀਓ ਲਿਹੋ ਬਾਰੇ। ਕਿਉਂਕਿ ਤੇਰਾ ਪਿਓ, ਤੇਰਾ ਸਕਾ ਪਿਓ ਵੈਰੀ ਬਣ ਗਿਆ ਤੇ ਤੈਨੂੰ ਮਾਰ ਦੇਵੇਗਾ। ਜੇ ਤੂੰ ਰਾਮ ਨਾਮ ਛੱਡਣਾ ਛੱਡ ਦੇਵੇਂਗਾ ਤੇ ਆਪਣੀ ਜ਼ਿੰਦਗੀ ਨੂੰ ਬਚਾ ਲਵੇਂਗਾ। ਇਉਂ ਰਾਮ ਦਾ ਨਾਮ ਜਪਣਾ ਛੱਡ ਦੇ, ਆਪਣੀ ਜ਼ਿੰਦਗੀ ਨੂੰ ਬਚਾ ਲੈਣਾ ਕਰ। ਪ੍ਰਹਲਾਦ ਕਹੈ ਸੁਨਹੁ ਮੇਰੀ ਮਾਏ। ਇਹ ਸੁਣ ਕੇ ਅੱਗੋਂ ਪ੍ਰਹਿਲਾਦ ਭਗਤ ਜੀ ਕਹਿੰਦੇ ਕਿ हे ਮੇਰੀ ਮਾਤਾ, ਤੂੰ ਮੇਰੀ ਬੇਨਤੀ ਨੂੰ ਸੁਣ। ਰਾਮ ਨਾਮ ਨਾ ਛੋਟਾ ਗੁਰ ਦੀਆਂ ਬੁਝਾਏ। ਮੈਨੂੰ ਮੇਰੇ ਗੁਰੂ ਨਾਰਦ ਮੁਨੀ ਨੇ ਉਪਦੇਸ਼ ਸਮਝਾ ਦਿੱਤਾ ਹੈ ਕਿ ਤੂੰ ਸਦਾ ਰਾਮ ਨਾਮ ਜਪਣਾ ਹੈ। ਇਸ ਲਈ ਮੈਂ ਹੁਣ ਪਰਮਾਤਮਾ ਦਾ ਨਾਮ ਜਪਣਾ ਨਹੀਂ ਛੱਡ ਸਕਦਾ, ਕਿਉਂਕਿ ਰਾਮ ਨਾ ਛੋਡੋ ਹੈ ਗੁਰੈਗਾਰ। ਮੈਂ ਰਾਮ ਦਾ ਨਾਮ ਨਹੀਂ ਛੱਡਾਂਗਾ, ਮੇਰੇ ਗੁਰੂ ਨੂੰ ਗਾਲ ਜਾਵੇਗੀ। ਇਸ ਵਾਸਤੇ ਸੰਡਾ ਮਰਕਾ ਸਭ ਜਾਏ ਪੁਕਾਰੇ। ਉਸ ਵੇਲੇ ਦੈਂਤਾਂ ਦੇ ਗੁਰੂ ਸ਼ੁਕਰਾਚਾਰੀਏ ਦੇ ਪੁੱਤਰ ਸੰਡਾ ਮਰਕਾ ਤੇ ਹੋਰ ਵੀ ਸਾਰੇ ਦੈਂਤਾਂ ਨੇ ਆਪਦੀ ਚਮੜੀ ਬਚਾਉਣ ਲਈ ਵੀ ਸਾਨੂੰ ਹੀ ਨਾ ਕਿਤੇ ਹਰਨਾਕਸ਼ ਮਾਰ ਕੇ ਸਾਡਾ ਹੀ ਚੰਮ ਨਾ ਉਧੇੜ ਸੁੱਟੇ ਵੀ ਮੇਰੇ ਬੱਚੇ ਨੂੰ ਤੁਸੀਂ ਵਿਗਾੜਿਆ। ਉਹਨਾਂ ਪਹਿਲਾਂ ਹੀ ਜਾ ਕੇ ਸ਼ਿਕਾਇਤ ਠੋਕ ਦਿੱਤੀ। ਜਿਹੜੇ ਰਾਜਨੀਤਿਕ ਬੰਦੇ ਹੁੰਦੇ ਨੇ ਉਹ ਕਈ ਵਾਰ ਝੂਠੀਆਂ ਵੀ ਗੱਲਾਂ ਕਰਕੇ ਆਪ ਦਾ ਬਚਾਅ ਕਰਕੇ ਤੇ ਦੂਜੇ ਨੂੰ ਮਰਵਾ ਦਿੰਦੇ ਨੇ। ਇਉਂ ਉਹਨਾਂ ਨੇ ਆਪਣੇ ਬਚਾਓ ਲਈ ਕਿ ਹਰਨਾਕਸ਼ ਸਾਡੇ ਵੈਰ ਨਾ ਬਏ, ਸਾਰਾ ਦੈਂਤਾਂ ਨੇ ਹਰਨਾਕਸ਼ ਕੋਲ ਜਾ ਕੇ ਫਰਿਆਦ ਕੀਤੀ ਕਿ ਪ੍ਰਹਲਾਦ ਆਪ ਵਿਗੜਿਆ। ਇਹ ਹਰਨਾਕਸ਼ ਮੁੜ ਕੇ ਨਾ ਤਾਂ ਸਾਨੂੰ ਲਾਮਾ ਦਈ, ਅਸੀਂ ਤੈਨੂੰ ਸੱਚ ਦੱਸਦੇ ਹਾਂ, ਪਹਿਲਾਂ ਹੀ ਕਹਿ ਦਿੰਦੇ ਆ ਕਿ ਤੇਰਾ ਪੁੱਤਰ ਪ੍ਰਹਿਲਾਦ ਆਪ ਤਾਂ ਵਿਗੜਿਆ ਹੋਇਆ ਹੀ ਹੈ। ਸਭ ਚਾਟੜੇ ਵਿਗਾੜੇ। ਇਹਨੇ ਹੋਰ ਵੀ ਸਾਰੇ ਚੇਲੇ ਵਿਦਿਆਰਥੀ ਵਿਗਾੜ ਦਿੱਤੇ ਨੇ, ਭਾਵੇਂ ਆਪ ਵੀ ਤੇਰੇ ਦੁਸ਼ਮਣ ਵਿਸ਼ਨੂੰ ਦਾ ਨਾਮ ਜਪਦਾ ਰਹਿੰਦਾ ਤੇ ਹੋਰ ਵੀ ਚਾਟੜੇ ਸਟੂਡੈਂਟਸ ਉਸੇ ਦੀ ਭਗਤੀ ਕਰਨ ਵਿੱਚ ਲਾ ਦਿੱਤੇ ਨੇ। ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਲੋਕ ਭਗਤਾਂ ਨੂੰ, ਸੰਤਾਂ ਨੂੰ, ਗੁਰਸਿੱਖਾਂ ਨੂੰ, ਜਿਹੜੇ ਗੁਰੂ ਘਰ ਆਉਂਦੇ ਨੇ, ਅੰਮ੍ਰਿਤ ਛਕ ਲੈਂਦੇ ਨੇ, ਉਹਨਾਂ ਨੂੰ ਵਿਗੜਿਆ ਹੋਇਆ ਬੋਲਦੇ ਨੇ। ਦੁਨੀਆ ਆਪ ਵਿਗੜੀ ਹੋਈ ਹੈ। ਮੈਨੂੰ ਮਾਫ ਕਰਨਾ, ਕਿਸੇ ਦਾ ਧੀ ਪੁੱਤ ਪੱਬਾਂ ਕਲੱਬਾਂ ਜਾ ਕੇ ਨਾਚ ਗਾਣਾ ਕਰੇ, ਇੱਥੋਂ ਤੱਕ ਡਰਿੰਕ ਵੀ ਕਰਨ ਲੱਗ ਪਏ ਤੇ ਕਈ ਮਾਪੇ ਖੁਸ਼ ਹੁੰਦੇ ਨੇ ਵੀ ਇਹ ਸਾਡਾ ਪੁੱਤਰ ਜਵਾਨ ਹੋ ਗਿਆ, ਵੇਖੋ ਖੁਸ਼ੀਆਂ ਰੰਗ ਰਲੀਆਂ ਮਨਾਉਂਦਾ। ਮਤਲਬ ਵਿਗੜਿਆ ਹੋਇਆਂ ਨੂੰ ਕਹਿਣਗੇ ਕਿ ਇਹ ਤਾਂ ਖੁਸ਼ੀ ਮਨਾ ਰਿਹਾ,
ਤੇ ਜੇ ਉਹ ਗੁਰੂ ਘਰ ਦੇ ਨਾਲ ਲਗਾਵ ਕਰੇ ਉਹਨੂੰ ਕਹਿੰਦੇ ਵਿਗੜ ਗਿਆ ਹੈ। ਬਿਗੜਿਓ ਕਬੀਰਾ ਰਾਮ ਦੁਹਾਈ, ਰਾਮ ਦੀ ਦੁਹਾਈ ਜੇ ਕਬੀਰ ਦੀ ਮਾਂ ਕਹਿੰਦੀ ਮੇਰਾ ਕਬੀਰ ਵਿਗੜ ਗਿਆ। ਸਾਹਾ ਚ ਪਇਓ ਕਤੇ ਨਾ ਜਾਈ, ਕਬੀਰ ਜੀ ਕਹਿੰਦੇ ਮੈਂ ਸੱਚ ਹੋ ਗਿਆ, ਹੁਣ ਮੈਂ ਹੋਰ ਕਿਤੇ ਨਹੀਂ ਜਾਵਾਂਗਾ, ਨਾ ਨਰਕ ਦੇ ਵਿੱਚ ਨਾ ਸਵਰਗ ਵਿੱਚ, ਮੈਂ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ। ਗੰਗਾ ਕੇ ਸੰਗ ਸਲਤਾ ਬਿਗੜੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਪਇਓ ਕਤੇ ਨਾ ਜਾਈ ਰਹਾਓ। ਚੰਦਨ ਕੈ ਸੰਗ ਤਰਵਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਮਤਲਬ ਵਿਗੜ ਕੇ ਸੰਤ ਮਹਾਂਪੁਰਖ ਰੱਬ ਦਾ ਰੂਪ ਬਣ ਗਏ। ਦੁਨੀਆ ਦੀ ਬੋਲੀ ਹੈ ਕਿ ਫਲਾਣਾ ਵਿਗੜ ਗਿਆ, ਮਤਲਬ ਉਹਨੇ ਚੋਲਾ ਪਾ ਲਿਆ, ਉਹ ਬਾਬਾ ਬਣ ਗਿਆ, ਉਹਨੇ ਦਾੜੀ ਰੱਖ ਲਈ, ਉਹਦਾ ਤਾਂ ਵਿਆਹ ਨਹੀਂ ਹੋਣਾ ਜੀ, ਉਹ ਕਰੂਗਾ ਕੀ, ਉਹ ਤਾਂ ਭੁੱਖਾ ਮਰੂਗਾ ਜੀ। ਮੈਨੂੰ ਯਾਦ ਹੈ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਨਕੇ ਹਰ ਸਾਲ ਜਾਂਦਾ ਰਿਹਾ। ਰਾਜਗੜ੍ਹ ਬਰਨਾਲੇ ਰੋਡ ਤੇ, ਰਾਏਕੋਟ ਦੇ ਨਾਲ ਹੀ ਨੇ ਰਾਜਗੜ੍ਹ ਮਹਾਂਪੁਰਖਾਂ ਦੇ ਨਾਨਕੇ। ਉਹਨਾਂ ਦੇ ਨਾਨਕੇ ਪਰਿਵਾਰ ਵਿੱਚੋਂ ਸੰਤ ਗਿਆਨੀ ਮੋਹਨ ਸਿੰਘ ਜੀ ਜੋ ਹੈੱਡ ਗ੍ਰੰਥੀ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ, ਉਹਨਾਂ ਦੇ ਪਰਿਵਾਰ ਵਿੱਚੋਂ ਨੇ। ਉਹਨਾਂ ਦੇ ਭਰਾਵਾਂ ਨੇ ਬਚਨ ਸੁਣਾਇਆ ਕਿ ਅਸੀਂ ਤਾਂ ਪੈਲੀਆਂ ਵਿੱਚ ਜਾ ਕੇ ਹਲ ਵਾਹੁਣਾ, ਨੱਕੇ ਮੋੜਨੇ, ਖੂਹ ਗੇੜਨਾ, ਗੋਡੀ ਦੇਣੀ, ਇੰਨੇ ਬਾਬਾ ਬਣ ਕੇ ਚੌਂਕੜਾ ਮਾਰ ਕੇ ਬੈਠੇ ਰਹਿਣਾ, ਪਾਠ ਕਰਦੇ ਰਹਿਣਾ। ਅਸੀਂ ਕਹਿਣਾ ਤੂੰ ਭੁੱਖਾ ਮਰੂੰਗਾ, ਕੁਛ ਕਰਦਾ ਨਹੀਂ ਹੈ। ਪਰ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਦੀ ਸੰਗਤ ਹੋਈ। ਮੈਨੂੰ ਆਪ ਕਹਿੰਦਾ ਸੁਣਿਆ ਵੀ ਬਾਬਾ ਠਾਕਰ ਸਿੰਘ ਜੀ, ਮੈਂ ਦੁਨੀਆ 'ਚ ਕੋਈ ਸੰਤ ਮੰਨਦਾ ਤੁਹਾਨੂੰ। ਸਿੰਘਾਂ ਨੂੰ ਵੀ ਕਈ ਵਾਰੀ ਕਹਿਣਾ ਵੀ ਬਾਬੇ ਠਾਕਰ ਸਿੰਘ ਨੂੰ ਮੈਂ ਸੰਤ ਮੰਨਦਾ ਤੇ ਉਹ ਆਪ ਮੇਰੇ ਘਰ ਮੈਨੂੰ ਮਿਲਣ ਆਉਂਦਾ, ਹੋਰ ਮੈਂ ਕਿਤੇ ਨਹੀਂ ਜਾਂਦਾ, ਨਾ ਜਾਣ ਦੀ ਲੋੜ। ਕਹਿਣਾ ਬਾਬਾ ਜੀ ਵੇਖੋ ਤੁਹਾਨੂੰ ਰੱਬ ਨੇ ਸੰਤ ਬਣਾਤਾ, ਟਕਸਾਲ ਦਾ ਮੁਖੀ ਬਣਾਤਾ, ਤੇ ਸਾਨੂੰ ਵੀ ਗੁਰੂ ਰਾਮਦਾਸ ਨੇ ਇੱਧਰ ਆਪ ਦੇ ਚਰਨੀ ਲਾ ਲਿਆ, ਹੈਡ ਗ੍ਰੰਥੀ ਦੀ ਸੇਵਾ ਦੇ ਦਿੱਤੀ। ਮਤਲਬ ਜੋ ਪ੍ਰਾਣੀ ਕਾਹੂ ਨਾ ਆਵਦ ਕਾਮ, ਸੰਤ ਪ੍ਰਸਾਦ ਤਾਕੋ ਜਪੀਐ ਨਾਮ। ਜਿਹਨੂੰ ਲੋਕ ਵਿਗੜਿਆ ਕਹਿੰਦੇ ਨੇ, ਮਹਾਰਾਜ ਦੀ ਨਿਗਾਹ ਦੇ ਵਿੱਚ ਉਹ ਸੰਤ ਹੈ, ਭਗਤ ਹੈ। ਇਹ ਤਾਂ ਵਿਗੜ ਗਿਆ ਹੈ ਜੀ, ਸਾਰੇ ਵਿਦਿਆਰਥੀ ਵਿਗਾੜ ਦਿੱਤੇ ਨੇ। ਸਭ ਚਾਟੜੇ ਵਿਗੜੇ, ਸਭ ਵਿਦਿਆਰਥੀ ਪਾਠਸ਼ਾਲਾ ਹੀ ਇਹਨੇ ਪੂਰੀ ਦੀ ਪੂਰੀ ਵਿਗਾੜ ਦਿੱਤੀ ਹੈ, ਕਿਉਂਕਿ ਉਹ ਪੜ੍ਹਦੇ ਨਹੀਂ, ਰਾਮ 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 ਹੀ ਕਰਦੇ ਰਹਿੰਦੇ। ਦੁਸ਼ਟ ਸਭਾ ਮਹਿ ਮੰਤਰ ਪਕਾਇਆ, ਫਿਰ ਉਹਨਾਂ ਖੋਟੇ ਦੈਂਤਾਂ ਨੇ ਆਪਣੀ ਸਭਾ ਦੇ ਵਿੱਚ ਮਤਾ ਪਾਸ ਕੀਤਾ ਕਿ ਇਸ ਨੂੰ ਮਾਰ ਦਈਏ। ਪ੍ਰਹਲਾਦ ਕਾ ਰਾਖਾਂ ਹੋਏ ਰਗਰਾਇਆ, ਤੁਸੀਂ ਹੈਰਾਨ ਹੋਵੋਗੇ ਕਿ ਪਰ ਪਰਮਾਤਮਾ ਆਪ ਹੀ ਪ੍ਰਹਲਾਦ ਦਾ ਰਖਵਾਲਾ ਹੋਇਆ ਸੀ। ਹਾਥ ਖੜਗ ਕਰ ਤਾਇਆ ਅਤ ਅਹੰਕਾਰ, ਤਦੋਂ ਹਰਨਾਕਸ਼ ਅਤਿਅੰਤ ਹੰਕਾਰ ਕਰਕੇ ਤੇ ਹੱਥ ਵਿੱਚ ਖੜਗ ਨਾਮ ਖੰਡੇ ਦਾ, ਖੜਗ ਨਾਮ ਤਲਵਾਰ ਲੈ ਕੇ ਪ੍ਰਹਿਲਾਦ ਨੂੰ ਮਾਰਨ ਲਈ ਦੌੜਿਆ। ਜੋ ਥੰਮ ਤਪਾਇਆ ਸੀਗਾ, ਤੱਤਾ ਕੀਤਾ, ਕਹਿੰਦਾ ਜੱਫੀ ਪਾ। ਪ੍ਰਹਿਲਾਦ ਨੇ ਕੀੜੀ ਤੁਰਦੀ ਦੇਖੀ, ਸੋਚਿਆ ਵੀ ਕੀੜੀ ਤੱਤੇ ਥੰਮ ਦੇ ਕਿਵੇਂ ਤੁਰ ਸਕਦੀ ਹੈ, ਪਰਮਾਤਮਾ ਹੀ ਹੈ। ਜੱਫਾ ਪਾ ਲਿਆ। ਹਰਨਾਕਸ਼ ਦੀ ਕੋਈ ਵਾਹ ਪੇਸ਼ ਨਾ ਚੱਲੀ ਵੀ ਇਹਨੇ ਤਾਂ ਤੱਤੇ ਥੰਮ ਨੂੰ ਵੀ ਜੱਫੀ ਪਾ ਲਈ, ਇਹਨੂੰ ਕੁਛ ਵੀ ਨਹੀਂ ਹੋਇਆ। ਫਿਰ ਉਹਨੇ ਤਲਵਾਰ ਕੱਢੀ, ਕਹਿੰਦਾ ਦੱਸ ਕੌਣ ਸੋ ਤੇਰਾ ਹੈ ਉਸਤਾਦ ਜਿਹੜਾ ਤੇਰੀ ਰੱਖਿਆ ਕਰਦਾ, ਮੈਨੂੰ ਵੀ ਅੱਖਾਂ ਨਾ ਦਿਖਾ, ਮੈਂ ਦੇਖਣਾ ਚਾਹੁੰਦਾ ਹਾਂ, ਤੇ ਮੈਂ ਹੁਣ ਤੇਰਾ ਸਿਰ ਲਾ ਕੇ ਸੁੱਟ ਦਿਆਂਗਾ। ਜੇ ਤੇਰੇ ਰੱਖਿਆ ਕਰਨ ਵਾਲਾ ਮੇਰੇ ਸਾਹਮਣੇ ਆਏ, ਮੈਂ ਉਹਦੇ ਨਾਮ ਹੀ ਦੋ ਹੱਥ ਕਰ ਲਵਾਂ। ਹਰ ਤੇਰਾ ਕਹਾਂ ਤੁਝ ਲਏ ਉਬਾਰ, ਤੇਰਾ ਜੋ ਹਰੀ ਹੈ, ਪਰਮਾਤਮਾ ਹੈ, ਉਹਨੇ ਕਿਹਾ ਕਿ ਦੱਸ ਕਿੱਥੇ ਹੈ ਜੋ ਤੈਨੂੰ ਮੇਰੇ ਕੋਲੋਂ ਬਚਾ ਲਵੇ, ਕਿਉਂਕਿ ਹੁਣ ਮੈਂ ਤਲਵਾਰ ਨਾਲ
तेरा होना ही गला वड सुटांगा। खिन मह भयान रूप निकसे अथम उपाड़। ਤਾਂ ਤੁਸੀਂ ਹੈਰਾਨ ਹੋਵੋਗੇ, ਸੱਚ ਨਹੀਂ ਮੰਨੋਗੇ ਕਿ ਖਿਣ ਦੇ ਵਿੱਚ ਹੀ ਪਰਮਾਤਮਾ ਭਿਆਨਕ ਨਰਸਿੰਘ ਰੂਪ, ਜਿਹੜਾ ਧੜ ਸੀਗਾ ਉਹ ਬੰਦੇ ਦਾ ਸੀ ਤੇ ਸਿਰ ਸੀ ਸ਼ੇਰ ਬੱਬਰ ਦਾ, ਚੰਗਾ ਸੋਹਣਾ ਸਰੂਪ ਦਾੜੇ ਵਾਲਾ। ਉਹ ਧਾਰਨ ਕਰਕੇ ਥੰਮ ਨੂੰ ਪਾੜ ਕੇ ਹਰਨਾਕਸ਼ ਨੇ ਮੰਗਿਆ ਜੋ ਕਿ ਮੈਨੂੰ ਵੀ ਥੰਮ ਜੋ ਦਿਖਾ, ਤੇ ਆਖਿਆ ਮਹਾਰਾਜ ਥੰਮ ਜੋ ਦਰਸ਼ਨ ਦੇ। ਤਾਂ ਥੰਮ ਪਾੜ ਕੇ ਥੰਮ ਪਾੜ ਹਰ ਪ੍ਰਗਟਿਆ ਨਰਸਿੰਘ ਨੂਪ ਅਨੂਪ ਜੁਗਾਜ। ਭਾਈ ਗੁਰਦਾਸ ਜੀ ਨੇ ਲਿਖਿਆ ਉਹਦੇ ਵਿੱਚੋਂ ਅਸੀਂ ਨਿਕਲ ਆਇਆ ਜਿਵੇਂ ਪੱਥਰ ਪਾੜ ਕੇ ਧੰਨੇ ਨੂੰ ਮਿਲਿਆ ਸੀ। ਹਰਨਾਕਸ਼ ਨਖੀ ਬੇਦਾਰਿਆ। ਉਸ ਪਰਮਾਤਮਾ ਨੇ ਨਰਸਿੰਘ ਰੂਪ ਦੇ ਵਿੱਚ ਦਹਲੀਜ਼ ਦੇ ਵਿੱਚ ਬੈਠ ਕੇ ਆਪਣੇ ਪੱਟਾਂ ਤੇ ਰੱਖ ਕੇ ਹਰਨਾਕਸ਼ ਨੂੰ ਆਪਣੇ ਨਹੁੰਆਂ ਦੇ ਨਾਲ ਚੀਰ ਸੁੱਟਿਆ। ਪ੍ਰਹਿਲਾਦ ਲਿਆ ਉਬਾਰ। ਆਪਣੇ ਪਿਆਰੇ ਭਗਤ ਪ੍ਰਹਿਲਾਦ ਨੂੰ ਬਚਾ ਲੈਣਾ ਕੀਤਾ ਸੀ। ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ। हे ਭਾਈ ਗੁਰਮੁਖੋ, ਸੰਤ ਜਨਾਂ ਦੇ ਹਰੀ ਪ੍ਰਭੂ ਜੀ ਆਪ ਹੀ ਸਾਰੇ ਕੰਮ ਸਵਾਰਨਾ ਕਰਦਾ ਹੈ। ਪ੍ਰਹਲਾਦ ਜਨ ਕੇ ਅਕੀਹ ਕੁਲ ਉਦਾਰੇ। ਉਸ ਪ੍ਰਭੂ ਨੇ ਪ੍ਰਹਿਲਾਦ ਭਗਤ ਦੇ 21 ਕੁਲ ਤਾਰ ਦਿੱਤੇ ਸਨ। ਜਦ ਮਹਾਰਾਜ ਪ੍ਰਸੰਨ ਹੋਏ ਆਖਿਆ ਪ੍ਰਹਿਲਾਦ ਮੰਗ ਕੀ ਮੰਗਦਾ? ਕਹਿੰਦਾ ਜੀ ਆਪ ਦੇ ਦਰਸ਼ਨ ਦਿੱਤੇ, ਹੋਰ ਕੀ ਮੰਗਣਾ? ਕਹਿੰਦੇ ਨਹੀਂ। ਕਹਿੰਦੇ ਮਹਾਰਾਜ ਮੇਰੇ ਪਿਓ ਨੂੰ ਤਾਰ ਦਿਓ, ਕਿਉਂਕਿ ਆਖਰ ਹੈ ਤਾਂ ਮੇਰਾ ਪਿਓ ਹੀ ਹੈ ਨਾ, ਮਾੜਾ ਸੀ ਚੰਗਾ ਸੀ, ਪਿਓ ਤਾਂ ਪਿਓ ਹੀ ਹੁੰਦਾ ਮਹਾਰਾਜ। ਤੇ ਮਹਾਰਾਜ ਕਹਿੰਦੇ ਤੂੰ ਮੰਗ ਵੀ ਲਿਆ, ਮੰਗਿਆ ਵੀ ਕੁਛ ਨਹੀਂ। ਮੈਂ ਤਾਂ ਤੇਰੇ ਕਹਿਣ ਤੋਂ ਪਹਿਲਾਂ ਹੀ ਤੇਰੀਆਂ ਕੀ ਕੁੱਲਾਂ ਤਾਰ ਦਿੱਤੀਆਂ, 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ, 7 ਸਹੁਰੇ ਪਰਿਵਾਰ ਦੀਆਂ। ਇੱਕ ਪ੍ਰਹਿਲਾਦ ਜਾਂ ਇੱਕ ਈਸ਼ਵਰ ਨੇ ਪ੍ਰਹਿਲਾਦ ਦੀਆਂ ਸਾਰੀਆਂ ਕੁੱਲਾਂ ਉਧਾਰ ਦਿੱਤੀਆਂ। ਗੁਰ ਕਾ ਸ਼ਬਦ ਹਉ ਮੈਂ ਬਿਖ ਮਾਰੇ। ਕਿਉਂਕਿ ਸੰਤ ਜਨਾਂ ਨੇ ਗੁਰਾਂ ਦੇ ਉਪਦੇਸ਼ ਕਰਕੇ ਜ਼ਹਿਰ ਰੂਪ ਹੰਗਤਾ ਮਮਤਾ ਨੂੰ ਮਾਰਿਆ, ਜਾਂ ਹੰਗਤਾ ਮਮਤਾ ਤੇ ਜ਼ਹਿਰ ਰੂਪ ਵਿਸ਼ੇ ਮਾਰੇ ਨੇ। ਨਾਨਕ ਰਾਮ ਨਾਮ ਸੰਤ ਨਿਸਤਾਰੇ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਗੁੱਸਾ ਨਾ ਕਰਿਓ ਵੀ ਕਹਾਣੀਆਂ ਪਾ ਕੇ ਬਹਿ ਗਏ ਗੁਰਬਾਣੀ ਦੀ ਕਥਾ ਦੇ ਵਿੱਚ। ਇਹ ਕਹਾਣੀਆਂ ਸ਼ਰਧਾ ਸੰਯੁਕਤ ਨੇ। ਇਹ ਸੁਣਾਉਣ ਦਾ ਮਤਲਬ ਇਹ ਹੈ ਕਿ ਪਰਮਾਤਮਾ ਦੇ ਨਾਮ ਸਿਮਰਨ ਨੇ ਅਨੇਕਾਂ ਹੀ ਸ਼ਾਂਤ ਚਿਤ ਮਹਾਤਮਾ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ਼ ਨਖ ਬਿਦ ਰਹੇ ਹੋ, ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਨੇ। ਤੁਸੀਂ ਵੀ ਨਾਮ ਜਪੋਗੇ ਤੁਸੀਂ ਵੀ ਤਰ ਜਾਓਗੇ। महाराज कृपा करेगा। भुला चुका क्षमा करो जी, अगे तो सुमत बख्शो। गुर का शब्द हूँ मैं बिख मारे, नानक राम नाम संत निस्तारे। वाहिगुरू जी का खालसा वाहिगुरू।